ग्रुप दे विच पैसे निवेश करने वाले वख-वख निवेशकां दे पिछले लंबे समय तो जो पैसे फसे हुए ने, जो पॉलिसी के तहत वख-वख निवेशकां ने पंजाब दे कोने-कोने विचों अपने पैसे लगाए सी, वो पैसे लैण दे लई लगातार ये जथेबंदियां जो इंसाफ दी आवाज़ जथेबंदी बनी सी उस दे वल्लों संघर्ष किया जा रहा है। अमृतसर जिले नाल संबंधित बहुत वड्डी गिनती दे विच निवेशक अजिहे ने जिन्हां दे करोड़ां रुपये इस फर्म दे वल फसे हुए ने, पर सरकार वल्लों हले तक कोई भी इंसाफ इन्हां नूं नहीं मिल रहा, जिस करके ये सारे निवेशक हले तक दर-दर दीआं ठोकरां खा रहे ने। अमृतसर जिले दे इस वक्त असीं कंपनी बाग दे विच मौजूद हां, जिथे तमाम निवेशक तुसीं देख सकदे हो जिन्हां ने PACL लिमिटेड कंपनी दे विच अपने पैसे इन्वेस्ट कीते सी, पर्ल एग्रो कारपोरेशन लिमिटेड कंपनी दे विच अपने पैसे निवेश कीते सी ते पैसिਆਂ ਨੂੰ ਲੈਣ ਦੇ ਲਈ ਅੱਜ ਵੀ ਨਿਵੇਸ਼ਕ ਜਿਹੜੇ ਨੇ ਉਹ ਲਗਾਤਾਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ। ਕਦੀ ਕਿਤੇ ਪ੍ਰੋਟੈਸਟ ਕਰਦੇ ਨੇ, ਕਦੀ ਕਿਤੇ 2015 ਤੋਂ ਲਗਾਤਾਰ ਜਥੇਬੰਦੀ ਆਵਾਜ਼ ਦੀ ਜਿਹੜੀ ਇਨਸਾਫ ਦੀ ਆਵਾਜ਼ ਜਥੇਬੰਦੀ ਬਣੀ ਸੀ ਉਹਨਾਂ ਦੇ ਵੱਲੋਂ ਇਹ ਸੰਘਰਸ਼ ਵਿੱਢਿਆ ਸੀ। ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਨਾਲ, ਅੰਮ੍ਰਿਤਸਰ ਸ਼ਹਿਰ ਦੇ ਨਾਲ ਸੰਬੰਧਿਤ ਜੋ ਨਿਵੇਸ਼ਕ ਨੇ ਆਪਣੇ, ਕਿਉਂਕਿ ਸ਼ਿਕਾਇਤਾਂ ਵੀ ਦੇ ਚੁੱਕੇ ਨੇ, ਆਪਣੀ ਡਿਟੇਲ ਵੀ ਦੇ ਚੁੱਕੇ ਨੇ, ਤਾਂ ਇਹਨਾਂ ਨਿਵੇਸ਼ਕਾਂ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਹਨਾਂ ਦੀ ਲਾਈਫ ਪ੍ਰਭਾਵਿਤ ਹੋਈ, ਕਿੰਨੇ ਪੈਸੇ ਇਹਨਾਂ ਨੇ ਨਿਵੇਸ਼ ਕੀਤੇ ਸੀ ਤੇ ਕੀ ਇਹਨਾਂ ਨੂੰ ਕੀ ਇਨਸਾਫ ਦੀ ਹੁਣ ਉਮੀਦ ਹੈ ਤੇ ਕੀ ਸਰਕਾਰ ਤੋਂ ਮੰਗ ਕਰਦੇ ਨੇ। ਸਾਰੇ ਨਿਵੇਸ਼ਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਇਹਨਾਂ ਦੀ ਲਾਈਫ ਪ੍ਰਭਾਵਿਤ ਹੋਈ। ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। ਸਰ, ਕੀ ਨਾਮ ਹੈ ਜੀ ਤੁਹਾਡਾ? ਸੁਖਜੀਤ ਸਿੰਘ ਭੁੱਲਰ ਜੀ। ਭੁੱਲਰ ਸਾਹਿਬ, ਤੁਸੀਂ ਵੀ ਨਿਵੇਸ਼ ਕੀਤੇ ਸੀ, ਕਿੱਥੋਂ ਦੇ ਰਹਿਣ ਵਾਲੇ ਹੋ? ਪਹਿਲਾਂ ਮੈਂ ਫਿਰੋਜ਼ਪੁਰ ਦੇ ਰਹਿਣ ਵਾਲਾ ਜੀ ਤੇ ਅਸੀਂ ਨਿਵੇਸ਼ ਕੀਤਾ ਸੀ 12 ਲੱਖ ਰੁਪਈਆ ਮੇਰਾ ਆਪਣਾ ਖੁਦ ਦਾ ਲੱਗਿਆ ਹੋਇਆ ਜੀ ਪਰਲ ਕੰਪਨੀ ਦੇ ਵਿੱਚ, ਔਰ ਜਿਹੜਾ ਕਿ 2014 ਚ ਮਿਲਣਾ ਸੀ ਉਸ ਟਾਈਮ ਤੇ ਕੰਪਨੀ ਬੰਦ ਹੋ ਗਈ। ਠੀਕ ਹੈ, ਤੇ ਇਸੇ ਤਰੀਕੇ ਕੁਝ ਸਮਾਂ ਹੀ ਵੇਟ ਕੀਤੀ ਵੀ ਕੰਪਨੀ ਅੱਜ ਪੈਸਾ ਦੇਗੀ, ਕੱਲ ਪੈਸਾ ਦੇਗੀ, ਔਰ ਉਸ ਤੋਂ ਬਾਅਦ ਪੈਸਾ ਨਹੀਂ ਮੁੜਿਆ। ਅਸੀਂ 2015 ਦੇ ਵਿੱਚ ਜਿਹੜਾ ਕਿ ਸੰਘਰਸ਼ ਵਿੰਡ ਦਿੱਤਾ ਹੈਗਾ ਇਨਸਾਫ ਦੀ ਆਵਾਜ਼ ਆਰਗੇਨਾਈਜੇਸ਼ਨ ਪੰਜਾਬ ਦੇ ਨਾਂ ਤੇ ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਦੇ ਵਿੱਚ ਜੀ। ਔਰ ਉਸ ਤੋਂ ਬਾਅਦ ਜਿਹੜਾ ਕਿ ਅਸੀਂ ਹਰੇਕ ਹੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਕਿ DC ਸਾਹਿਬ ਨੂੰ ਮੰਗ ਪੱਤਰ ਦਿੱਤੇ ਔਰ ਧਰਨਾ ਪ੍ਰਦਰਸ਼ਨ ਕੀਤੇ। ਧਰਨਾ ਪ੍ਰਦਰਸ਼ਨ ਕਰਨ ਦੇ ਨਾਲ ਹੀ ਸਾਡੀ ਜਿਹੜੀ ਕਿ ਆਲ ਓਵਰ ਇੰਡੀਆ ਵੀ ਕਮੇਟੀ ਜਿਹੜੀ ਕਾਇਮ ਹੋਈ, ਔਰ ਅਸੀਂ ਜਿਹੜਾ ਕਿ ਇਹ ਮਸਲਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਅਸੀਂ ਧਿਰ ਬਣ ਕੇ ਉੱਥੇ ਲੜੇ ਹੈਗੇ ਇਨਸਾਫ ਦੀ ਆਵਾਜ਼ ਵੱਲੋਂ ਸਰਦਾਰ ਮਹਿੰਦਰਪਾਲ ਸਿੰਘ ਦਾਨਗੜ੍ਹ। ਔਰ 2 ਫਰਵਰੀ 2016 ਨੂੰ ਜਿਹੜਾ ਫੈਸਲਾ ਆਇਆ ਨਿਵੇਸ਼ਕਾਂ ਦੇ ਹੱਕ ਦੇ ਵਿੱਚ, ਔਰ ਸੁਪਰੀਮ ਕੋਰਟ ਨੇ ਇੱਕ RM ਲੋਡਾ ਰਿਟਾਇਰਡ ਜੱਜ ਦੀ ਜਿਹੜੀ ਕਿ ਕਮੇਟੀ ਬਣਾ ਦਿੱਤੀ ਔਰ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤਾ ਸੀ ਕਿ 6 ਮਹੀਨਿਆਂ ਦੇ ਵਿੱਚ ਜਿਹੜਾ ਪੈਸਾ ਹੈ ਉਹ ਨਿਵੇਸ਼ਕਾਂ ਦਾ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਦਿੱਤਾ ਜਾਵੇ। ਪਰ ਸਮੇਂ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਿਹੜਾ ਕਿ ਟਿੱਚ ਸਮਝਿਆ ਔਰ ਉਹਨੂੰ ਲਾਗੂ ਨਹੀਂ ਕਰਵਾਇਆ। ਇਸ ਕਰਕੇ ਜਿਹੜਾ ਕਿ ਲੰਮਾ ਸਮਾਂ ਸਾਨੂੰ ਅੱਜ ਜੇ ਗੱਲ ਕਰੀਏ ਤੇ 8ਵਾਂ ਸਾਲ ਹੋ ਗਿਆ ਜੀ ਸੰਘਰਸ਼ ਲੜਦਿਆਂ ਨੂੰ। ਔਰ ਇਸ ਦੇ ਵਿੱਚ ਦੋਸ਼ੀ ਹੈ, ਜੇ ਆਪਾਂ ਪੰਜਾਬ ਤੋਂ ਗੱਲ ਕਰੀਏ ਤੇ ਅਕਾਲੀ ਭਾਜਪਾ ਔਰ ਕਾਂਗਰਸ ਵੀ। ਠੀਕ ਹੈ, ਅਕਾਲੀ ਭਾਜਪਾ ਨੇ ਇਸੇ ਹੀ ਕੰਪਨੀ ਤੋਂ ਜਿਹੜੇ ਕਿ ਵਰਲਡ ਕੱਪ ਕਬੱਡੀ ਹੋਇਆ ਜੀ, ਸਾਰਿਆਂ ਨੂੰ ਪਤਾ ਹੈ ਵਰਲਡ ਕੱਪ ਕਬੱਡੀ ਹੈ ਜਿਹੜਾ ਉਹ ਅਕਾਲੀ ਭਾਜਪਾ ਸਰਕਾਰ ਨੇ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੇ ਕਰਵਾਇਆ। ਔਰ ਉੱਥੇ ਜਿਹੜਾ ਹੈਗਾ ਕਿ ਪ੍ਰਿੰਕਾ ਚੋਪੜਾ, ਅਕਸ਼ੇ ਕੁਮਾਰ ਔਰ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਐਨਕਾਂ ਲਾ ਕੇ ਤੇ ਪ੍ਰਿੰਕਾ ਚੋਪੜਾ ਦੇ ਵੀ ਜਿਹੜੇ ਕਿ ਲਾਈਵ ਦੇਖਦੇ ਰਹੇ ਉੱਥੇ ਪ੍ਰੋਗਰਾਮ ਔਰ ਠੁਮਕੇ ਵੱਜਦੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਪ੍ਰੋਗਰਾਮ ਕਰਵਾ ਰਹੇ ਆ ਜਿੱਥੋਂ ਅਸੀਂ ਇਹ ਗਰੀਬ ਲੋਕਾਂ ਦਾ ਪੈਸਾ ਦੇ ਰਹੇ ਆ ਜਿਹੜਾ, ਤੇ ਇਹ ਸਾਡਾ ਕਿਸੇ ਦਿਨ ਅੰਤ ਦਾ ਕਾਰਨ ਬਣੇਗਾ ਔਰ ਜਿਹੜੀ ਕਿ ਹਾਏ ਸਾਨੂੰ ਇਹ ਗਰੀਬ ਲੋਕਾਂ ਦੀ। ਸਰ, ਮੈਨੂੰ ਇਹ ਦੱਸੋ ਕਿ ਤੁਹਾਡੀ ਜਿਹੜੀ ਲਾਈਫ, ਤੁਸੀਂ ਜਿਹੜੇ ਆਪਣੇ ਪੈਸੇ ਨਿਵੇਸ਼ ਕੀਤੇ ਜਦੋਂ ਤੁਹਾਨੂੰ 2014 ਚ ਨਹੀਂ ਮਿਲੇ, ਕੀ ਲਾਈਫ ਪ੍ਰਭਾਵਿਤ ਹੋਈ? ਕਿਵੇਂ ਪੈਸੇ ਨਿਵੇਸ਼ ਕੀਤੇ ਸੀ? ਕੋਈ ਐਕਸਟਰਾ ਪਏ ਸੀਗੇ ਜਾਂ ਕਿਵੇਂ ਜੋੜ ਕੇ ਜਮ੍ਹਾਂ ਕਰਵਾਏ ਸੀਗੇ ਔਰ ਕਿਵੇਂ ਇਸ ਤੋਂ ਬਾਅਦ ਲਾਈਫ ਪ੍ਰਭਾਵਿਤ ਹੋਈ ਤੁਹਾਡੀ? ਦੇਖੋ ਜੀ, ਕੁਝ ਇਸ ਤਰ੍ਹਾਂ ਗੱਲਬਾਤ ਸੀ ਕਿ ਕੁਝ ਥੋੜੀ ਜੀ ਜ਼ਮੀਨ ਸੀ ਕਿ ਜਿਹੜਾ ਕਿ ਅਸੀਂ ਉਹਦਾ ਇੱਕ ਟੁਕੜਾ ਵੇਚਿਆ ਔਰ ਜਿਹੜੇ ਕਿ ਪੈਸੇ ਇੱਥੇ ਜਮ੍ਹਾਂ ਕਰਵਾ ਦਿੱਤੇ। ਠੀਕ ਹੈ, ਵੀ ਸਾਡਾ ਆਉਣ ਵਾਲੇ ਫਿਊਚਰ ਵਾਸਤੇ, ਆਉਣ ਵਾਲੇ ਭਵਿੱਖ ਵਾਸਤੇ ਕਿ ਜਿਹੜਾ ਕਿ ਇੱਥੇ 6 ਸਾਲ ਦੇ ਵਿੱਚ ਡਬਲ ਸੀਗਾ। ਠੀਕ ਹੈ, ਔਰ ਕੰਪਨੀ ਦਾ ਜਿਹੜਾ ਕਿ ਸਰਕਾਰਾਂ ਜਿਹਨੂੰ ਪ੍ਰਮੋਟ ਕਰਦੀਆਂ ਰਹੀਆਂ ਸੀ, ਜਿਨ੍ਹਾਂ ਨੂੰ ਸਾਡੇ ਮਤਲਬ ਕਿ ਅੰਤਰਰਾਸ਼ਟਰੀ ਖਿਡਾਰੀ ਪ੍ਰਮੋਟ ਕਰਦੇ ਸੀ, ਜਿਹੜੀ ਕੰਪਨੀ ਦਾ ਅਰੁਣ ਜੇਤਲੀ ਵਰਗੇ ਲੀਗਲ ਐਡਵਾਈਜ਼ਰ ਸੀਗੇ, ਔਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ 555 ਕਰੋੜ ਦੇ ਜਿਹੜੇ ਕਿ ਮੈਗਾ ਪ੍ਰੋਜੈਕਟ ਇਸ ਕੰਪਨੀ ਨੂੰ ਦਿੱਤੇ ਸੀ। ਇਸ ਕਰਕੇ ਸਾਨੂੰ ਲੱਗਿਆ ਕਿ ਕੰਪਨੀ ਬਹੁਤ ਸਟਰੋਂਗ ਹੈ ਔਰ ਅਸੀਂ ਜਿਹੜਾ ਕਿ ਸਰਕਾਰ ਦੀ ਦੇਖ ਰੇਖ ਦੇ ਵਿੱਚ, ਸਰਕਾਰ ਦੀਆਂ ਮੋਹਰਾਂ ਥੱਲੇ, ਸਰਕਾਰ ਦੀ ਨਿਗਾਹ ਦੇ ਵਿੱਚ ਲੁੱਟੇ ਪੁੱਟੇ ਆ ਸਾਰੇ ਲੋਕ ਗਏ ਹੈਗੇ। ਔਰ ਜਿਹੜਾ ਕਿ ਸਰਕਾਰ ਨੂੰ ਇਹ ਪਿਛਲੇ 8 ਸਾਲਾਂ ਤੋਂ ਕੋਸਦੇ ਪਏ ਆ ਕਿ ਸਾਡੇ ਮਸਲੇ ਦਾ ਹੱਲ ਕਰੋ, ਪਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਟਿੱਚ ਜਾਣਿਆ ਇਹਨਾਂ ਸਰਕਾਰਾਂ ਨੇ। ਪਤਾ ਨਹੀਂ ਇਹ ਸਰਕਾਰਾਂ ਸੁਪਰੀਮ ਕੋਰਟ ਤੋਂ ਵੀ ਵੱਡੀਆਂ ਨੇ ਔਰ ਸੁਪਰੀਮ ਕੋਰਟ ਤੋਂ ਵੀ ਜਿਹੜੇ ਜੋ ਨਿਆਂ ਸੀ ਫੈਸਲਾ ਆਇਆ। ਸਰ, ਕੀ ਨਾਮ ਹੈ ਤੁਹਾਡਾ ਜੀ? ਇਹ ਬਿਕਰਮਜੀਤ ਸਿੰਘ। ਬਿਕਰਮ ਜੀ, ਕਿੱਥੋਂ ਦੇ ਰਹਿਣ ਵਾਲੇ? ਅੱਗੇ ਆ ਜਾਓ। ਬਿਕਰਮ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਸਰ, ਮਜੀਠਾ ਤੋਂ। ਸਰ, ਕਿੰਨੇ ਪੈਸੇ ਤੁਸੀਂ ਨਿਵੇਸ਼ ਕੀਤੇ ਸੀ ਔਰ ਕਿਵੇਂ ਕੀਤੇ ਸੀ, ਕਿਹੜੀ ਸੰਚ ਕੀਤੀ? ਹਾਂਜੀ ਸਰ, ਮੈਂ 2000 ਆਪਣਾ
9 ਦੇ ਵਿੱਚ ਕੀਤੇ ਸੀ ਪੈਸੇ, ਜਿਹਨਾਂ ਵਿੱਚੋਂ ਆਪਾਂ 10,000 ਆਪਣਾ 20,640 ਰੁਪਇਆ ਆਪਾਂ 1 ਸਾਲ ਦੀ ਤਾਰਦੇ ਹਾਂ, ਜਾਣੀ ਕਿ 6 ਮਹੀਨਿਆਂ ਦੇ ਵਿੱਚ 10,320 ਰੁਪਏ ਆਪਾਂ ਜਿਹੜੇ ਤਾਰਦੇ ਹਾਂ। ਸਾਨੂੰ 2019 ਦੇ ਵਿੱਚ 4.5 ਲੱਖ ਰੁਪਇਆ ਮਿਲਣਾ ਸੀ, ਜਦ ਕਿ 2019 ਦੇ ਕਦੋਂ ਦੀ ਲੰਘ ਗਈ। ਪੈਸੇ ਇਨਵੈਸਟ ਕਿੰਨੇ ਕੀਤੇ ਸੀ? ਭਾਜੀ ਤੁਸੀਂ ਮੰਨ ਲਓ ਕਿ ਇਹਨਾਂ 2018 ਦੇ ਵਿੱਚ ਆਪਾਂ 17 ਦੇ ਵਿੱਚ ਆਪਣੀ ਪਾਲਿਸੀ ਬੰਦ ਕਰਤੀ ਆ। ਤਕਰੀਬਨ ਤੁਸੀਂ ਮੰਨ ਕੇ ਚੱਲ ਸਕਦੇ ਕਿ 1,70,000 ਰੁਪਏ ਦੇ ਲਾਗੇ ਚੱਕ ਇਹ ਤਕਰੀਬਨ 2 ਲੱਖ ਦੇ ਲਾਗੇ ਚੱਕ ਹੀ ਤਰ ਗਏ ਹੋਣਗੇ ਪੈਸੇ, ਕਿ ਆਪਣੇ ਪੈਸਿਆਂ ਨੂੰ ਆਸ ਹੀ ਕਿ 2019 ਦੇ ਵਿੱਚ 2,40,000 ਰੁਪਇਆ ਮਿਲੂਗਾ। 2,40,000 ਛੱਡੋ, ਸਾਨੂੰ ਤੇ 1 ਰੁਪਇਆ ਨਹੀਂ ਮਿਲਿਆ, ਸਾਡੇ ਪੈਸੇ ਨਹੀਂ ਸਾਨੂੰ ਮਿਲੇ। ਆਪਾਂ ਚਾਹੁੰਦੇ ਹਾਂ ਕਿ ਜਿਹੜੇ ਆਪਾਂ ਪੈਸੇ ਚਾਹੁੰਦੇ ਹਾਂ ਸਾਨੂੰ ਡਬਲ ਹੋ ਕੇ ਮਿਲਣ, ਉਹ ਸਾਡੇ ਪੈਸਿਆਂ ਨੂੰ ਮਿਲਣੇ ਚਾਹੀਦੇ ਆ। ਪਾਲਿਸੀਆਂ ਲੈ ਕੇ ਆਏ ਨੇ ਸਰ, ਕੀ ਨਾਮ ਹੈ ਤੁਹਾਡਾ ਜੀ? ਸ਼ਿਵ ਕੁਮਾਰ ਨਾਮ ਸ਼ਿਵ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਅੰਮ੍ਰਿਤਸਰ ਪੰਜਾਬ ਤੋਂ। ਅੰਮ੍ਰਿਤਸਰ। ਤਾਂ ਸ਼ਿਵ ਕੁਮਾਰ ਜੀ ਤੁਸੀਂ ਕਿੰਨੇ ਪੈਸੇ ਇਨਵੈਸਟ ਕੀਤੇ ਸੀ ਔਰ ਕਿਹੜੀ ਸੰਚ ਕੀਤੇ ਸੀ? ਸਰ ਮੇਰੇ ਪੈਸੇ 2008 ਦੇ ਵਿੱਚ ਘੱਟੋ ਘੱਟ 3 ਤੋਂ 4 ਲੱਖ ਦੇ ਵਿੱਚ ਹੈਗਾ ਜੀ। ਅਸੀਂ ਪੈਸੇ ਇਸ ਕਰਕੇ ਜੋੜੇ ਸੀ ਤਾਂ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਅੱਛਾ ਫਿਊਚਰ ਬਣਾਉਣ ਵਾਸਤੇ ਲਗਾਇਆ ਸੀ। ਤੇ 2014 ਦੇ ਵਿੱਚ ਅਸੀਂ ਇਨਸਾਫ ਦੀ ਆਵਾਜ਼ ਪੰਜਾਬ ਦੇ ਨਾਲ ਮਿਲ ਕੇ ਸਰਦਾਰ ਮਹਿੰਦਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਇਸ ਲੜਾਈ ਨੂੰ ਲੜ ਰਹੇ ਹਾਂ। ਔਰ 2016 ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਦੇ ਬਾਵਜੂਦ ਫਿਰ ਅਸੀਂ ਜਥੇਬੰਦੀ ਨੂੰ ਬਣਾਇਆ ਤੇ ਅਸੀਂ ਲੋਕਾਂ ਦੇ ਪੀੜਿਤ ਲੋਕਾਂ ਦੇ ਵਾਸਤੇ ਅਸੀਂ ਲੜ ਰਹੇ ਹਾਂ। ਕੀ ਕਾਰੋਬਾਰ ਕਰਦੇ? ਪੈਸੇ ਕਿਵੇਂ ਇਕੱਠੇ ਜਮ੍ਹਾਂ ਕਰਾਏ ਸੀਗੇ ਕਿ ਪਾਲਿਸੀ ਵਾਈਜ਼ ਛਮਾਈ ਦਿੰਦੇ ਹੁੰਦੇ ਸੀ ਪੈਸੇ? ਸਰ ਇਹਦੇ 'ਚ ਕਈ ਪੈਸੇ ਐਸੇ ਗਏ ਸੀ ਜਿਹੜੇ ਕੁਆਟਰਲੀ ਵੀ ਗਏ ਸੀ, ਮੰਥਲੀ ਵੀ ਗਏ ਸੀ ਤੇ ਹਾਫਲੀ ਵੀ ਗਏ ਸੀ ਤੇ ਕਈ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੋਈ? ਕਿੰਨਾ ਨੁਕਸਾਨ ਹੋਇਆ ਤੁਸੀਂ ਮੰਨਦੇ ਜੇ ਕਿ ਇਹਦਾ ਬਹੁਤ ਬੜਾ ਪ੍ਰਭਾਵਿਤ ਹੋਇਆ ਤੇ ਇਹਦੇ 'ਚ ਸਾਨੂੰ ਰਿਸ਼ਤੇਦਾਰੀਆਂ ਦੇ ਵਿੱਚ ਵੀ ਸਾਨੂੰ ਦਿੱਕਤਾਂ ਆਈਆਂ। ਸਾਡੇ ਆਪਣੇ ਘਰ ਦਾ ਸਾਰਾ ਸਿਸਟਮ ਵਿਗੜ ਗਿਆ। ਅਸੀਂ ਇੱਕੋ ਆਸ ਕਰਦੇ ਹਾਂ ਕਿ ਜਿਹੜੀ ਗਵਰਨਮੈਂਟ ਹੈ ਸਾਡੇ ਇਸ ਪੈਸੇ ਨੂੰ ਦੇਣ ਦੀ ਕਿਰਪਾਲਤਾ ਕਰੇ ਤੇ ਹੋਰ ਉਹਨਾਂ ਨੂੰ ਇਹ ਹੈ ਕਿ ਇੱਕ ਇਮਾਨਦਾਰ ਸਰਕਾਰ ਹੈ, ਇਹਦੇ ਤੋਂ ਬਹੁਤ ਵੱਡੀ ਆਸ ਹੈ ਕਿ ਇਹ ਸਾਡੇ ਪੈਸੇ ਦਿਵਾਉਣ ਦੇ ਵਿੱਚ ਸਾਡੀ ਬਹੁਤ ਮਦਦ ਕਰੇ। ਤਾਂ ਗੱਲ ਲਗਾਤਾਰ ਕਰੇ। ਸਰ ਕੀ ਨਾਮ ਹੈ ਤੁਹਾਡਾ? ਸੁਖਵਿੰਦਰਪਾਲ ਨਾਮ ਮੇਰਾ। ਸੁਖਵਿੰਦਰ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ? ਜੀ ਸਰ। ਅੱਗੇ ਆਓ ਥੋੜਾ। ਸੁਖਵਿੰਦਰ ਜੀ ਕੀ ਕਹਿਣਾ ਚਾਹੁੰਦੇ? ਕਿੰਨੇ ਪੈਸੇ ਤੁਸੀਂ ਨਿਵੇਸ਼ ਕੀਤੇ ਸੀ? ਕਿੰਨੀਆਂ ਪਾਲਿਸੀਆਂ? ਸਰ ਮੇਰਾ ਘੱਟ ਤੋਂ ਘੱਟ 10 ਤੋਂ 12 ਲੱਖ ਰੁਪਇਆ ਲੱਗਾ ਹੋਇਆ ਜੀ। ਮੈਂ 2006 ਤੋਂ ਇਸ ਕੰਪਨੀ ਦੇ ਨਾਲ ਜੁੜਿਆ ਆ। ਪੂਰਾ ਵਿਸ਼ਵਾਸ ਸੀ ਸਾਨੂੰ ਕੰਪਨੀ ਦੇ ਉੱਤੇ। ਕੁਝ ਮੈਚੋਰਟੀਆਂ ਵੀ ਮੇਰੀਆਂ ਆਈਆਂ ਨੇ। ਇੱਕ ਵਾਰੀ ਸਾਰੇ ਮੇਰੇ ਗਰੁੱਪ ਦੀਆਂ ਮੈਚੋਰਟੀਆਂ ਜਿਹੜੀਆਂ ਆ ਗਈਆਂ, ਮੇਰੇ ਰਿਸ਼ਤੇਦਾਰਾਂ ਦੀ ਆ ਗਈਆਂ, ਉਹਨਾਂ ਨੇ ਫਿਰ ਵਿਸ਼ਵਾਸ ਬਣ ਜਾ ਅੱਗੇ ਵੀ ਨਿਵੇਸ਼ ਕਰਾਏ ਸੀ ਪੈਸੇ? ਹਾਂਜੀ ਹਾਂਜੀ, ਮੇਰੇ ਆਪਣੇ ਵੀ ਹੋਏ, ਮੇਰੇ ਰਿਸ਼ਤੇਦਾਰਾਂ ਦੀ ਵੀ ਹੋਏ ਆ। ਮੇਰੀ ਸਿਸਟਰ ਦਾ ਰੁਪਈਆ 9-10 ਲੱਖ ਲੱਗਾ ਇਹਦੇ ਵਿੱਚ। ਅੱਜ ਉਹਨਾਂ ਨਾਲ ਮੇਰਾ ਬੋਲਚਾਲ ਬੰਦ ਹੈ। ਹੋਰ ਮੇਰੇ ਜਿਹੜੇ ਨੀਅਰ ਡੀਅਰ ਜਿੰਨੇ ਵੀ ਸੀ ਉਹਨਾਂ ਨਾਲ ਮੇਰਾ ਬੋਲਚਾਲ ਬਿਲਕੁਲ ਬੰਦ ਹੈ। ਬੱਚੀਆਂ ਮੇਰੀਆਂ 2 ਲੜਕੀਆਂ ਨੇ, 1 ਲੜਕਾ ਆ। ਲੜਕੀਆਂ ਦੀ ਸ਼ਾਦੀ ਮੈਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਕੀਤੀ ਹੈ ਕਿਉਂਕਿ ਮੇਰੀ ਮਜਬੂਰੀ ਸੀ। ਮੇਰਾ ਪੈਸਾ ਜਿਹੜਾ ਸਾਰਾ ਇਹਦੇ ਵਿੱਚ ਇਨਵੈਸਟ ਹੋਇਆ ਦਾ ਹੀ ਹੈ। ਮੈਂ ਭਗਵੰਤ ਸਰਕਾਰ ਨੂੰ ਮਤਲਬ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਹ ਜਿੰਨੀ ਵੀ ਗਰੀਬ ਜਨਤਾ ਆ, ਇਹਨਾਂ ਨੇ ਆਪਣੀ ਹੱਕ ਹਲਾਲ ਦੀ ਕਮਾਈ ਜਿਹੜੀ ਆ ਇਹਦੇ ਵਿੱਚ ਜਮ੍ਹਾਂ ਕਰਾਈ ਹੋਈ ਆ। ਔਰ ਮੈਂ ਆਹੀ ਆਸ ਰੱਖ ਕੇ ਮਤਲਬ ਇਹਨਾਂ ਨੂੰ ਵੋਟਾਂ ਦਿੱਤੀਆਂ ਨੇ ਔਰ ਇਹ ਸਰਕਾਰ ਜਿਹੜੀ ਆ ਬਣਾਈ ਹੈ। ਅਗਰ ਭਗਵੰਤ ਸਰਕਾਰ ਚਾਹੇ ਤੇ ਇਹ ਪੈਸਾ ਜਿਹੜਾ 2-3 ਮਹੀਨਿਆਂ ਦੇ ਅੰਦਰ ਅੰਦਰ ਹੀ ਪਬਲਿਕ ਨੂੰ ਮਿਲ ਸਕਦਾ ਕਿਉਂਕਿ ਪ੍ਰਾਪਰਟੀ ਬਹੁਤ ਜ਼ਿਆਦਾ ਹੈ ਸਾਡੇ ਪੰਜਾਬ ਦੇ ਵਿੱਚ। ਪ੍ਰਾਪਰਟੀ ਇੰਨੀ ਹੈ ਕਿ 3-4 ਸਟੇਟਾਂ ਬਾਹਰ ਦੀਆਂ ਨੂੰ ਵੀ ਪੈਸਾ ਦਿੱਤਾ ਜਾ ਸਕਦਾ। ਸਰ ਜਿਹੜੀ ਲੀਗਲੀ ਲੜਾਈ ਸੀਗੀ ਇਹ ਕਿਹੜੀ ਸੰਚ ਸ਼ੁਰੂ ਕੀਤੀ ਤੁਸੀਂ ਸਾਰੇ ਜੁਆਇੰਟ ਬਾਅਦ ਦੇ ਵਿੱਚ? ਉਸ ਤੋਂ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਹੈ ਉਹਨੇ ਕੁਝ ਨਹੀਂ ਪੁੱਛਿਆ, ਉਹਨੇ ਇਹ ਕੰਪਨੀ ਨੂੰ ਲੌਕਆਊਟ ਕਰ ਦਿੱਤਾ। ਔਰ ਉਸ ਟਾਈਮ ਤੇ ਇਹਨਾਂ ਦਾ 25-2600 ਬੈਂਕ ਦੇ ਵਿੱਚ ਖਾਤਾ ਸੀਗਾ। ਉਹਦੇ ਵਿੱਚ ਜਿੰਨਾ ਵੀ ਪੈਸਾ ਸੀ ਉਹ ਸਾਰਾ ਅੱਜ ਵੀ ਹੈ, ਉਹ ਫਰੀਜ਼ ਹੋਇਆ ਦਾ। ਉਹ ਪੈਸਾ ਵੀ ਅਗਰ ਦਿੱਤਾ ਜਾਏ ਤੇ ਕਾਫੀ ਜਨਤਾ ਨੂੰ ਰਾਹਤ ਮਿਲ ਸਕਦੀ ਹੈ। ਉਸ ਤੋਂ ਬਾਅਦ ਪ੍ਰਾਪਰਟੀਆਂ ਵੀ ਕਾਫੀ ਸੇਲ ਹੋਈਆਂ ਨੇ। 2016 ਦੇ ਵਿੱਚ ਸਾਡੀ ਕਮੇਟੀ ਕਿਨਾ ਬਣੀ ਹੈ ਔਰ ਕਿਨਾ ਆਪਣਾ ਇਨਸਾਫ ਦੀ ਆਵਾਜ਼ ਮਹਿੰਦਰਪਾਲ ਸਿੰਘ ਦਾਨਗੜ੍ਹ ਜੀ ਇਹਦਾ ਸੰਘਰਸ਼ ਕਰ ਰਹੇ ਆ। ਜੰਤਰ ਮੰਤਰ ਦੇ ਵਿੱਚ ਧਰਨੇ ਦਿੱਤੇ ਆ, ਉੱਥੇ ਭੁੱਖ ਹੜਤਾਲਾਂ ਕੀਤੀਆਂ ਗਈਆਂ, ਲੁਧਿਆਣੇ ਦੇ ਵਿੱਚ ਟ੍ਰੇਨਾਂ ਰੋਕੀਆਂ ਗਈਆਂ, ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਨਤਾ ਨੂੰ ਜਨਤਾ ਦਾ ਪੈਸਾ ਨਹੀਂ ਮਿਲਿਆ। ਸਾਡੀ ਸਰਕਾਰ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਜਲਦੀ ਤੋਂ ਜਲਦੀ ਇਹਦਾ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ, ਨਹੀਂ ਤੇ ਮੁਸ਼ਕਲ ਆ ਸਕਦੀ। ਉਹ ਇੱਥੇ ਪਹੁੰਚੇ ਹੋਏ ਨੇ। ਸਰ ਕੀ ਨਾਮ ਹੈ ਤੁਹਾਡਾ ਜੀ? ਮੇਰਾ ਜੀ ਕੈਪਟਨ ਦਰਸ਼ਨ ਸਿੰਘ ਹੈ। ਤੇ ਤੁਸੀਂ ਨਿਵੇਸ਼ ਕੀਤੇ ਸੀ ਪੈਸੇ? ਹਾਂਜੀ ਮੈਂ ਵੀ ਕੀਤੇ। 2008 ਦੇ ਵਿੱਚ ਕਿੰਨੇ ਪੈਸੇ ਨਿਵੇਸ਼ ਕੀਤੇ ਸੀ? ਮੈਂ ਉਸ ਟਾਈਮ ਤਾਂ ਤਕਰੀਬਨ 11 ਲੱਖ ਇਨਵੈਸਟ ਕੀਤਾ ਸੀ। ਮੈਂ ਆਰਮੀ ਅਫਸਰ ਰਿਟਾਇਰ ਹੋਇਆ ਹਾਂ ਤੇ ਮੇਰੀ ਬੇਟੀ ਉਦੋਂ 11 ਸਾਲ ਦੀ 12 ਦੀ ਤੇ ਮੈਂ ਕਿਹਾ ਵੀ ਚਲੋ ਪੈਸਾ ਇਨਵੈਸਟ ਕਰਦੇ ਹਾਂ, ਜਦੋਂ ਸ਼ਾਦੀ ਕਰਨੀ ਬੇਟੀ ਦੀ ਤੇ ਪੈਸਾ ਇਕੱਠਾ ਹੋ ਜਾਏਗਾ, ਸ਼ਾਦੀ ਕਰਾਂਗੇ, ਨਾਲ ਬੱਚਿਆਂ ਨੂੰ ਪੜ੍ਹਾਵਾਂਗੇ, ਹੋਰ ਅੱਗੇ ਵਧਾਵਾਂਗੇ। ਉਹ ਗੱਲ ਸਾਡੀ ਬਣੀ ਨਹੀਂ। 2014 ਦੇ ਵਿੱਚ ਕੰਪਨੀ ਡਿਸਬੈਂਡ ਹੋ ਗਈ, ਇਹ ਤੇ ਪਾਬੰਦੀ ਲੱਗ ਗਈ ਤੇ ਕੰਪਨੀ ਤੋਂ ਜਿਹੜਾ ਪੈਸਾ ਸਾਡਾ ਇੱਕ ਬਿਲਕੁਲ ਜ਼ੀਰੋ ਐਂਡ ਤੇ ਆਇਆ ਸੀ, ਵਾਪਸੀ ਹੋਣ ਵਾਲੀ ਸੀ। ਉਹਦੇ ਇਹਨਾਂ ਨੇ ਸਾਨੂੰ ਰਸੀਦਾਂ ਵੀ ਦੇਤੀਆਂ ਵੀ ਇਸ ਡੇਟ ਨੂੰ ਤੁਹਾਡਾ ਪੈਸਾ ਵਾਪਸ ਹੋਊਗਾ। ਉਹ ਸਾਨੂੰ ਵਾਪਸ ਨਹੀਂ ਹੋਇਆ। ਮਾਰਾ ਮੇਰੇ ਲਈ ਵੇਖ ਕੇ
ਜਦ ਮੈਂ ਅਫਸਰ ਇੱਕ ਕੰਪਨੀ 'ਚ ਪੈਸੇ ਲਾਏ, ਨਾਲ ਮੇਰੇ ਵੇਖ ਕੇ ਹੋਰ ਰਿਸ਼ਤੇਦਾਰਾਂ ਦੋਸਤਾਂ ਨੇ ਵੀ ਪੈਸੇ ਲਾਤੇ। ਉਸ ਟਾਈਮ ਤੇ ਉਹ ਵੀ ਇਹਦੇ ਵਿੱਚ ਫਸ ਗਏ ਤਕਰੀਬਨ। ਇਹ ਤੁਹਾਡੇ ਜਿਹੜਾ ਸਰਕਲ ਕਿਉਂਕਿ ਕਾਫੀ ਵੱਡਾ ਸੀ, ਤੁਸੀਂ ਅਧਿਕਾਰੀ ਵਜੋਂ ਹੋਏ ਕਿ ਮੇਰਾ ਸਰਕਲ ਨਹੀਂ, ਮੈਂ ਤਾਂ ਖੁਦ ਨਿਵੇਸ਼ਕ ਹਾਂ। ਜੀ ਜੀ, ਮਤਲਬ ਤੁਹਾਡੇ ਜਿਹੜੇ ਯਾਰ ਦੋਸਤ ਸੀਗੇ ਜਿਹੜੇ ਜਾਂ ਰਿਸ਼ਤੇਦਾਰੀ ਦੇ ਵਿੱਚ ਸੀ? ਰਿਸ਼ਤੇਦਾਰੀ ਤਕਰੀਬਨ 51-52 ਲੱਖ ਰੁਪਇਆ ਜੋ ਨਿਵੇਸ਼ ਹੋਇਆ ਸੀ, ਸਾਰਿਆਂ ਦੇ ਪੈਸੇ ਜ਼ੀਰੋ ਲਾਈਨ ਤੇ ਆ ਗਏ, ਮਿਲਣ ਵਾਲੇ ਸੀ, ਤੋਂ ਫਿਰ ਕਿਸੇ ਦੇ ਨਹੀਂ ਮਿਲੇ ਅਜੇ ਤੱਕ। ਸਾਰੇ ਧੱਕੇ ਖਾ ਰਹੇ ਆ, ਸਾਰਿਆਂ ਦੀ ਰੈਪੂਟੇਸ਼ਨ ਡਾਊਨ ਹੋ ਗਈ ਆ। ਡਾਕਟਰ ਸਾਹਿਬ ਤੁਸੀਂ ਕੀ ਇਸੇ ਤਰ੍ਹਾਂ ਇਹਨਾਂ ਦੇ ਥੱਲੋਂ ਜ਼ਮੀਨ ਕਢਾ ਕੇ ਤੋਂ ਵੇਚ ਕੇ ਤੇ ਸਾਨੂੰ ਪੈਸਾ ਜਲਦੀ ਤੋਂ ਜਲਦੀ ਦੇ ਦੇਣਗੇ। ਬਿਲਕੁਲ। ਤਾਂ ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਓਮ ਪ੍ਰਕਾਸ਼ ਚੋਪੜਾ ਜੀ, ਚੋਪੜਾ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ? ਅੰਮ੍ਰਿਤਸਰ ਦੇ ਚੋਪੜਾ ਸਾਹਿਬ ਜੀ, ਤੁਸੀਂ ਕਦੋਂ ਦੇ ਜੁੜੇ ਸੀ ਇਸ ਕੰਪਨੀ ਨਾਲ? ਕਿੰਨੇ ਪੈਸੇ ਤੁਸੀਂ ਇਨਵੈਸਟ? 7 ਦੇ ਵਿੱਚ 11 ਚ ਜੁੜਿਆ ਜੀ। ਓਕੇ। ਤਾਂ ਕਿੰਨੇ ਪੈਸੇ ਨਿਵੇਸ਼ ਕੀਤੇ? ਘੱਟੋ ਘੱਟ 10 ਲੱਖ ਰੁਪਇਆ ਹੋਣਾ ਜੀ। 10 ਲੱਖ। ਤਾਂ ਕੀ ਨੁਕਸਾਨ ਹੋਇਆ ਕਿ 10 ਲੱਖ ਰੁਪਏ ਦੇ ਵਿੱਚੋਂ ਕਈ ਜ਼ਿੰਦਗੀ? ਮਰ ਗਿਆ ਜੀ ਸਾਰਾ ਪੈਸਾ, ਸਾਰੀ ਪਬਲਿਕ ਦਾ ਪੈਸਾ ਮਰ ਗਿਆ ਜੀ। ਨਹੀਂ ਤੁਸੀਂ ਚਲੋ ਸਾਰਿਆਂ ਨਾਲ ਗੱਲ ਕਰ ਰਹੇ, ਤੁਸੀਂ ਵੀ ਆਪਣੀ ਜੋ ਜਿੰਨੀ ਜਮਾ ਪੂੰਜੀ ਸਾਰੀ ਕਰਵਾਤੀ? ਮੈਂ ਆਪਣੇ ਰਿਸ਼ਤੇਦਾਰਾਂ ਦੀ ਵੀ ਕਰਾਈ ਜੀ, ਆਪਣੇ ਜਵਾਈ ਦੇ ਵੀ ਕਰਾਏ, ਲੜਕੀ ਦੇ ਵੀ ਕਰਾਏ ਨੇ, ਮਗਰ ਆਸ ਕੋਈ ਨਹੀਂ ਅਜੇ ਤੱਕ ਨਹੀਂ ਹੈਗੀ ਜੀ। ਪੈਸੇ ਡੁੱਬੇ, ਇਸ ਦੇ ਨਾਲ ਲਾਈਫ ਕਿਵੇਂ ਪ੍ਰਭਾਵਿਤ ਹੋਈ? ਕਿਹੜੇ ਕਿਹੜੇ ਕੰਮ ਸੀ ਜਿਹੜੇ ਨਹੀਂ? 10 ਲੱਖ ਰੁਪਇਆ ਕੋਈ ਥੋੜਾ ਨਹੀਂ ਹੁੰਦਾ। 10 ਲੱਖ ਦੇ ਨਾਲ ਮੈਂ ਸਾਰਾ ਪੈਸਾ ਜਮਾ ਕਰਾਤਾ ਸੀਗਾ। ਮੈਂ ਇੱਕ ਮੁਲਾਜ਼ਮ ਹਾਂ ਤੇ ਵਿੱਚੇ ਸਾਰੇ ਰਿਸ਼ਤੇਦਾਰ ਸਗੋਂ ਮਗਰ ਨਾਰਾਜ਼ ਹੋਏ ਨੇ। ਬਿਲਕੁਲ। ਤੇ ਸਾਰੇ ਜਿਨ੍ਹਾਂ ਰਿਸ਼ਤੇਦਾਰ ਵੀ ਤਾਂ ਵੱਡੀ ਸੰਖਿਆ ਦੇ ਵਿੱਚ ਲੇਡੀਜ਼ ਵੀ ਇੱਥੇ ਮੌਜੂਦ ਨੇ, ਮਹਿਲਾਵਾਂ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਪਾਲਿਸੀਆਂ ਤੁਸੀਂ ਦੇਖ ਸਕਦੇ ਹੋ। ਤਾਂ ਸਾਰਿਆਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਜੀ ਮਨਦੀਪ ਕੌਰ ਜੀ ਮਨਦੀਪ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਜੀ ਇੱਥੋਂ ਦੇ ਅੰਮ੍ਰਿਤਸਰ ਦੇ। ਅੰਮ੍ਰਿਤਸਰ ਦੇ। ਤੁਸੀਂ ਕੰਪਨੀ ਦੇ ਨਾਲ ਕਦੋਂ ਜੁੜੇ ਸੀ? ਕਿੰਨੇ ਪੈਸੇ ਤੁਸੀਂ ਨਿਵੇਸ਼ ਕੀਤੇ? ਜੀ ਕੋਈ 2004-5 ਦੇ ਵਿੱਚ ਜੁੜੀ ਸੀ ਤੇ ਜਦੋਂ ਤੱਕ ਕੰਪਨੀ ਬੰਦ ਹੋ ਗਈ ਮੇਰੀਆਂ ਸਾਰੀਆਂ ਮੇਰੇ ਆਪਣੇ ਭੈਣ ਭਰਾਵਾਂ ਦੀਆਂ ਪਾਲਿਸੀਆਂ ਮੈਂ ਲਾਤੀਆਂ। ਪਹਿਲਾਂ ਮੈਨੂੰ ਆਪਣੀ ਪਾਲਿਸੀ ਦਾ ਮੈਚੁਰ ਮਿਲ ਗਿਆ ਸੀ ਤੇ ਮੈਂ ਸੋਚਿਆ ਕਿ ਆਪਣੇ ਭੈਣ ਭਰਾਵਾਂ ਦੇ ਵੀ ਸਾਰੇ ਪੈਸੇ ਲਗਾ ਦਿੱਤੇ ਜਾਣ ਤੇ ਮੇਰੇ ਕੁਝ ਭੈਣ ਭਰਾਵਾਂ ਨੇ ਆਪਣੇ ਬੈਂਕ ਵਿੱਚੋਂ ਪੈਸੇ ਕਢਵਾ ਕੇ ਇਸ ਕੰਪਨੀ ਦੇ ਵਿੱਚ ਲਾਏ। ਕਿੰਨੇ ਪੈਸੇ? ਕਿੰਨੇ ਪੈਸੇ? ਹਰ ਇੱਕ ਦੇ ਕੋਈ ਇਹਦੇ ਲੱਖ ਸੀ, ਕੋਈ 1.5 ਲੱਖ ਸੀ, ਕਿਸੇ ਦਾ 2 ਲੱਖ ਸੀ। ਸਾਡੇ ਕੋਈ ਤਕਰੀਬਨ 20 ਲੱਖ ਦੇ ਕਰੀਬ ਸਾਡਾ ਕੰਪਨੀ ਵਿੱਚ ਲੱਗਾ ਹੋਇਆ ਤੇ ਸਾਨੂੰ ਮੈਚੁਰਿਟੀ ਮਿਲਣ ਤੋਂ ਬਾਅਦ ਸਾਨੂੰ ਸੀਗਾ ਕਿ ਕੰਪਨੀ ਵਧੀਆ ਚੱਲਦੀ ਪਈ ਹੈ ਤੇ ਅਸੀਂ ਆਪਣੇ ਬੈਂਕ ਵਿੱਚੋਂ ਵੀ ਪੈਸੇ ਮਤਲਬ ਕਢਵਾ ਕੇ ਤੇ ਲਗਾ ਦਿੱਤੇ। ਪਰ ਉਹਦਾ ਨਤੀਜਾ ਇਹ ਹੋਇਆ ਕਿ ਕੰਪਨੀ ਜਦੋਂ ਸਾਡੀ ਪਾਲਿਸੀ ਮੈਚੁਰ ਹੋ ਗਈ, ਕੰਪਨੀ ਬੰਦ ਹੋ ਗਈ ਤੇ ਸਾਡਾ ਪੈਸਾ ਸਾਰਾ। ਤੁਹਾਨੂੰ ਕਦੋਂ ਪਤਾ ਲੱਗਾ ਕਿ ਕੰਪਨੀ ਜਿਹੜੀ ਹੈ ਬੰਦ ਹੋ ਗਈ ਹੈ ਜਾਂ ਹੁਣ ਜਦੋਂ ਕਿ ਨਹੀਂ? ਤੁਹਾਨੂੰ ਸਾਨੂੰ 2014 ਵਿੱਚ ਪਤਾ ਚੱਲ ਗਿਆ ਸੀ ਕਿ ਕੰਪਨੀ ਬੰਦ ਹੈ, ਪਰ ਉਹਦੇ ਬਾਵਜੂਦ ਜਿਹੜੇ ਉੱਥੇ ਆਫਿਸ ਵਿੱਚ ਬੈਠੇ ਕਹਿੰਦੇ ਕਿ ਕੰਪਨੀ ਨੂੰ ਕੁਝ ਨਹੀਂ ਹੁੰਦਾ, ਤੁਸੀਂ ਸਾਡੇ ਮਤਲਬ ਸਾਡਾ ਕਹਿਣਾ ਮੰਨ ਕੇ ਪੈਸੇ ਦੇਈ ਜਾਓ। ਉਹਨਾਂ ਨੇ 2016 ਤੱਕ ਸਾਡੇ ਕੋਲੋਂ ਪੈਸੇ ਲਈ ਗਏ। 2014 ਚ ਜਿਹੜੀ ਕੰਪਨੀ ਬੰਦ ਹੋਈ ਉਹਦੇ ਬਾਵਜੂਦ 2016 ਤੱਕ ਪੈਸੇ? ਉਹਦੇ ਵੀ ਕੁਝ ਦੇਰ ਤੱਕ ਪੈਸੇ ਲਈ ਗਏ ਤੇ ਕੁਝ ਜਦੋਂ ਸਾਡੀਆਂ ਪਾਲਿਸੀਆਂ ਮੈਚੁਰ ਹੋ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਕੰਪਨੀ ਬੰਦ। ਉਦੋਂ ਤੋਂ ਹੀ ਅਸੀਂ ਇਨਸਾਫ ਦੀ ਆਵਾਜ਼ ਦੇ ਨਾਲ ਰਲ ਕੇ ਜਦੋਂ 2016 ਦੇ ਵਿੱਚ ਤੁਸੀਂ ਅਪਰੋਚ ਕੀਤੀ ਇਹਨਾਂ ਦੇ ਇਸ ਦਫ਼ਤਰ ਅਪਰੋਚ ਕੀਤੀ ਜਾਂ ਜਿਹੜਾ ਮੇਨ ਆਫਿਸ ਸੀਗੇ ਜੈਪੁਰ ਜਾਂ ਚੰਡੀਗੜ੍ਹ ਉੱਥੇ? ਸਾਡਾ ਇੱਥੇ ਸੀਗਾ, ਉਦੋਂ ਇੱਥੇ ਹੀ ਅਸੀਂ ਪਾਲਿਸੀਆਂ ਜਮ੍ਹਾਂ ਕਰਾਉਂਦੇ ਸੀ। ਉਸ ਤੋਂ ਬਾਅਦ ਸਾਨੂੰ ਪਹਿਲਾਂ ਹੋਰ ਕਿਤੇ ਸਾਨੂੰ ਜਾਣ ਦਾ ਕਦੀ ਮੌਕਾ ਵੀ ਨਹੀਂ ਮਿਲਿਆ। ਜਦੋਂ ਕੰਪਨੀ ਬੰਦ ਹੋਈ ਉਸ ਤੋਂ ਬਾਅਦ ਅਸੀਂ ਕਈ ਲੀਗਲ ਲੜਾਈਆਂ ਤੇ ਕਈ ਇਨਸਾਫ ਦੀ ਆਵਾਜ਼ ਦੇ ਨਾਲ ਜੁੜ ਕੇ ਕਈ ਲੜਾਈਆਂ ਲੜੀਆਂ, ਜਿੱਥੇ ਟ੍ਰੇਨ ਰੋਕਣ ਦਾ ਵੀ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ। ਬਾਕੀ ਅਸੀਂ ਕੀ ਕੁਝ ਕੀਤਾ ਸਾਰਾ। ਕਿੰਨੀ ਮੇਰਾ ਸਵਾਲ ਇਹ ਹੈ ਕਿ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੋਈ? ਕਿਵੇਂ ਰਿਸ਼ਤੇਦਾਰੀਆਂ ਦੇ ਵਿੱਚ ਫਰਕ ਪਿਆ ਹੀ ਹੈ ਜੀ? ਆਮ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੋਈ? ਕਿਤੇ ਵਿਆਹ ਕਰਨਾ ਸੀ, ਕੁਝ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ? ਇਸ ਬਾਰੇ ਕੁਝ ਪਾਲਿਸੀਆਂ ਇਸੇ ਤਰੀਕੇ ਨਾਲ ਕਰਾਈਆਂ ਗਈਆਂ ਸੀ ਕਿ ਇੰਨੇ ਸਾਲ ਚ ਡਬਲ ਹੋ ਜਾਣਗੀਆਂ ਤੇ ਬੱਚੇ ਦੀ ਇਹ ਪੜ੍ਹਾਈ ਉਦੋਂ ਹੋ ਜਾਊਗੀ ਵੀ ਅੱਗੇ ਬੱਚੇ ਨੇ +2 ਤੋਂ ਬਾਅਦ ਕੀ ਕਰਨਾ। ਉਹ ਸਾਡੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਕੁਝ ਜਾਣਿਆਂ ਨੇ ਅਸੀਂ ਵਿਆਹ ਕਰਨੇ ਸੀ, ਕੁਝ ਉਹ ਵੀ ਸਾਡਾ ਬਹੁਤ ਔਖਾ ਹੋ ਗਿਆ ਕੰਮ ਜੀ। ਕਈਆਂ ਨੇ ਪੈਸੇ ਮੰਗ ਕੇ ਲਾਏ ਸੀ ਕਿ ਪਾਲਿਸੀ ਇਹ ਦੇ ਦਿੱਤੀ ਜਾਵੇ ਤੇ ਡਬਲ ਹੋ ਜਾਣਗੇ ਪੈਸੇ, ਕਿਉਂਕਿ ਇਹਦੇ ਬਹੁਤ ਵਧੀਆ ਸਾਨੂੰ ਮਿਲਦਾ ਪਿਆ ਇਹ ਰਿਜ਼ਲਟ ਤੇ ਸਾਰਿਆਂ ਨੇ ਆਪਣੇ ਪੈਸੇ ਕਢਵਾ ਕੇ ਲਗਾ ਦਿੱਤੇ ਬੈਂਕਾਂ ਵਿੱਚੋਂ, ਜਾਂ ਕਈਆਂ ਨੇ ਜ਼ਮੀਨਾਂ ਵੇਚ ਕੇ ਵੀ ਲਗਾਏ ਆ, ਕਈਆਂ ਨੇ ਫੜ ਕੇ ਵੀ ਪੈਸੇ ਇਸ ਕੰਪਨੀ ਦੇ ਵਿੱਚ ਲਗਾਏ ਨੇ। ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਲਗਾਤਾਰ ਲੰਬਾ ਸਮਾਂ ਹੋ ਗਿਆ, 6-7 ਸਾਲ ਹੋ ਗਏ ਨੇ, ਤੁਹਾਨੂੰ ਕੀ ਕਹਿਣਾ ਚਾਹੁੰਦੇ? ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਕਿ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ ਵੋਟਾਂ ਪਾਈਆਂ ਗਈਆਂ ਤੇ ਕਿਰਪਾ ਕਰਕੇ ਸਾਡੇ ਪੈਸੇ ਵਾਪਸ ਤੁਸੀਂ ਕਰ ਸਕਦੇ ਹੋ, ਕਿਉਂਕਿ ਉਹਨਾਂ ਨੇ ਸਾਨੂੰ ਇਸ ਚੀਜ਼ ਤੇ ਕਿਹਾ ਸੀਗਾ ਕਿ ਜੇ ਸਾਡੀ ਸਰਕਾਰ ਬਣੂਗੀ ਤੇ ਤੁਹਾਡੇ ਪੈਸੇ ਸਾਰਿਆਂ ਦੇ ਪਰਦੇ ਵਾਪਸ ਕੀਤੇ ਜਾਣਗੇ। ਸਰਕਾਰ ਬਣਨ ਤੋਂ ਬਾਅਦ ਮਿਲਣ ਗਏ ਤੁਹਾਡੇ ਡੈਲੀਗੇਸ਼ਨ ਕੋਈ ਮਿਲਿਆ? ਅਸੀਂ ਡੀਸੀ ਸਾਹਿਬ ਨੂੰ ਸਾਰਿਆਂ ਨੇ ਮੰਗ ਪੱਤਰ ਦਿੱਤਾ ਤੇ ਹੁਣ ਦੇਖੋ ਉਹਨਾਂ ਨੂੰ ਮਿਲਣ ਵੀ ਜਾਣ ਦਾ ਮੌਕਾ ਮਿਲਿਆ ਤਾਂ ਜ਼ਰੂਰ ਮਿਲਣ ਜਾਵਾਂਗੇ। ਤਾਂ PACL ਦੇ ਵਿੱਚ ਵੱਖ-ਵੱਖ ਨਿਵੇਸ਼ਕਾਂ ਨੇ ਜਿਨ੍ਹਾਂ ਦੀ ਮੈਚੁਰਿਟੀ ਹੋਈ ਸੀ, ਇੱਕ ਉਮੀਦ ਬਣੀ ਸੀ ਤਾਂ ਆਪਣੇ ਰਿਸ਼ਤੇਦਾਰਾਂ ਦੇ ਵੀ ਪੈਸੇ ਲਗਵਾ ਦਿੱਤੇ, ਤਾਂ ਉਹ ਸਾਰੇ ਹੀ ਪੀੜਤ ਇੱਥੇ ਪਹੁੰਚੇ ਹੋਏ ਨੇ। तमाम ਹੱਥਾਂ ਦੇ ਵਿੱਚ ਪਰਚੀਆਂ, ਰਸੀਦ ਜੋ ਵੀ ਕਿਸੇ ਕੋਲ ਮੌਜੂਦ ਹੈ। ਤਾਂ ਗੱਲਬਾਤ ਅਸੀਂ ਲੇਡੀਜ਼ ਨਾਲ ਕਰ ਰਹੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਨਜੀਤ ਕੌਰ। ਮਨਜੀਤ ਕੌਰ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਅੰਮ੍ਰਿਤਸਰ ਦੇ ਨਾਲ। ਮਨਜੀਤ ਕੌਰ ਜੀ, ਕਿੰਨੇ ਪੈਸੇ ਤੁਹਾਡੇ ਜਿਹੜੇ ਨੇ ਇਸ ਕੰਪਨੀ ਦੇ ਵਿੱਚ ਲੱਗੇ ਸੀ ਔਰ ਕਿਹੜੀ ਸੰਚ ਲਾਈ ਸੀ? ਮੇਰੇ ਆਪਣੇ ਲੱਖ ਤੋਂ ਉੱਪਰ ਨੇ ਤੇ ਗਾੜੀ ਮੇਰੇ ਹੈਗੀ ਆ, ਮੈਂ
ਏਜੰਟ ਆ ਤੇ ਗਾੜੀ ਮੇਰੇ ਕਸਟਮਰ ਹੈਗੇ ਉਹਨਾਂ ਦੇ ਵੀ ਕਾਫੀ ਲੱਗੇ ਹੋਏ ਨੇ। ਤੇ ਤੁਹਾਡਾ ਜਿਹੜਾ ਸਾਰਿਆਂ ਦਾ ਕਿੰਨਾ ਨੁਕਸਾਨ ਹੋਇਆ ਔਰ ਕੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਪਿਆ ਜੀ ਇਹਦਾ, ਔਰ ਕਿਵੇਂ ਜ਼ਿੰਦਗੀ ਜਿਹੜੀ ਸੀਗੀ ਉਹ ਦੁਬਾਰਾ ਪਟੜੀ ਤੇ ਆਉਣ ਲੱਗੇ ਜਿਹੜਾ ਸੰਘਰਸ਼ ਕਰਨਾ? ਹਾਂਜੀ, ਇੱਕ ਮੈਜੋਰਟੀ ਮੇਰੀ ਹੋ ਗਈ ਸੀ ਤੇ ਉਹ ਦੁਬਾਰਾ ਅਸੀਂ ਉਹਦੇ ਵਿੱਚ ਹੋਰ ਪੈਸੇ ਪਾ ਕੇ ਉਹਦੀ ਐਫਡੀ ਕਰਵਾਤੀ। ਅਸੀਂ ਸੋਚਿਆ ਕਿ ਚਲੋ ਬੇਟਾ ਵੱਡਾ ਹੋਏਗਾ ਤੇ ਉਹਦੇ ਪੜ੍ਹਾਈ ਵਿੱਚ ਲਗਾਈ ਜਾਊਗੀ, ਪਰ ਉਹ ਅਜੇ ਤੱਕ ਕੋਈ ਸਾਨੂੰ ਪੈਸਾ ਨਹੀਂ ਮਿਲਿਆ। ਇਸ ਕਰਕੇ ਸਾਨੂੰ ਕਿਰਪਾ ਕਰਕੇ ਭਗਵੰਤ ਮਾਨ ਦੇ ਅੱਗੇ ਬੇਨਤੀ ਹੈ ਸਾਡੀ ਵੀ ਸਾਡੀ ਜਲਦੀ ਪੈਸੇ ਵਾਪਸ ਕਰਵਾਏ ਜਾਣ। ਸਰ ਮੈਂ ਇੱਕ ਜਾਣਨਾ ਚਾਹੁੰਦਾ ਤੁਹਾਡੇ ਕੋਲ, ਅੱਗੇ ਆ ਜਾਓ ਪਲੀਜ਼ ਸਰ। ਇਹਦੇ ਖਿਲਾਫ ਕੰਪਨੀ ਦੇ ਖਿਲਾਫ ਲੀਗਲੀ ਲੜਾਈ ਜਿਹੜੀ ਸੀਗੀ ਉਹ ਕਦੋਂ ਸ਼ੁਰੂ ਹੋਈ ਸੀਗੀ? ਇਹ ਨਿਵੇਸ਼ਕਾਂ ਨੇ ਕੋਈ ਨਿੱਜੀ ਤੌਰ ਦੇ ਉੱਤੇ ਵੀ ਸ਼ਿਕਾਇਤਾਂ ਦਿੱਤੀਆਂ ਸੀ ਜਾਂ ਜੁਆਇੰਟ ਕੇਸ ਹੀ ਬਣਾ ਕੇ ਲਾ ਦਿੱਤਾ ਸੀ? ਇਹ ਕਾਫੀ ਸਾਰੀਆਂ ਸ਼ਿਕਾਇਤਾਂ ਸੀਗੀਆਂ ਜਿਹੜੀਆਂ ਜੀ ਇਹ ਰਾਸ਼ਟਰਪਤੀ ਤੱਕ ਗਈਆਂ ਜੀ, ਜੋ ਕਿ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਗਈਆਂ ਔਰ ਉਸ ਤੋਂ ਬਾਅਦ ਸੈਬੀ ਹੈ ਜਿਹੜਾ ਉਹ ਇਸ ਮਤਲਬ ਕਿ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ। ਔਰ ਮੈਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹਣਾ, ਭਗਵੰਤ ਮਾਨ ਸਰਕਾਰ ਨੂੰ, ਕਿ ਜਦੋਂ ਤੁਸੀਂ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਉਠਾਇਆ ਸੀ ਤਾਂ ਉਸ ਸਮੇਂ ਦੇ ਵਿੱਤ ਮੰਤਰੀ ਇੰਡੀਆ ਦੇ ਜਿਹੜੇ ਕਿ ਸ਼੍ਰੀ ਅਰੁਣ ਜੇਤਲੀ ਜੀ ਸੀ, ਉਹਨਾਂ ਨੇ ਤੁਹਾਡੀ ਗੱਲ ਦਾ ਇਹ ਜਵਾਬ ਦਿੱਤਾ ਸੀ ਕਿ ਇਹਨੂੰ ਮਤਲਬ ਕਿ ਸਟੇਟ ਗਵਰਨਮੈਂਟ ਆਪਦੇ ਲੈਵਲ ਤੇ ਉੱਥੇ ਕਰਨਾ ਚਾਹਵੇ ਤੇ ਕਰ ਸਕਦੀ ਹੈ, ਸਟੈਂਡ ਲੈ ਸਕਦੀ ਹੈ। ਗਵਰਨਮੈਂਟ ਆਪਣੇ ਕੋਲੋਂ ਪੈਸਾ ਦਵਾ ਸਕਦੀ ਜਾਂ ਇਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਦਵਾ? ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਿ ਉਹ ਸਰਕਾਰ ਮਤਲਬ ਕਿ ਜ਼ਬਤ ਕਰਕੇ ਆਪਣੇ ਕੋਲੇ ਰੱਖ ਕੇ ਔਰ ਜਿਹੜਾ ਕਿ ਪੈਸਾ ਦੇ ਸਕਦੀ ਔਰ ਉਹਨਾਂ ਜਿਹੜੀਆਂ ਫੈਕਟਰੀਆਂ ਵਗੈਰਾ ਉਹਨਾਂ ਕੰਪਨੀਆਂ ਨੂੰ ਦੇ ਕੇ ਜ਼ਮੀਨਾਂ ਤੇ ਜਿਹੜਾ ਲੋਕਾਂ ਦਾ ਪੈਸਾ ਮੋੜ ਸਕਦੀ ਹੈਗੀ। ਔਰ ਜਦੋਂ ਕਿ ਅਰੁਣ ਜੇਤਲੀ ਨੇ ਹੀ ਇਹਨਾਂ ਨੂੰ ਇੱਕ ਸਟੇਟਮੈਂਟ ਦਿੱਤੀ ਸੀ ਇਸੇ ਹੀ ਵਿਸ਼ੇ ਤੇ, ਔਰ ਅੱਜ ਦੀ ਤਰੀਕ 'ਚ ਮੈਂ ਇਹ ਕਹਿਣਾ ਚਾਹਣਾ ਭਗਵੰਤ ਮਾਨ ਸਰਕਾਰ ਨੂੰ ਕਿ ਤੁਸੀਂ ਇਹਨੂੰ ਮਤਲਬ ਕਿ ਪੂਰਾ ਪ੍ਰੋਸੈਸ ਜਿਹੜਾ ਕਿ ਆਪਣਾ ਇੱਕ ਵਿਧਾਨ ਸਭਾ ਸੈਸ਼ਨ ਸੱਦ ਕੇ ਆਪਣੇ 92 ਦੇ 92 ਐਮਐਲਏ ਜੇ ਔਰ ਇਹਦਾ ਜਿਹੜਾ ਕਿ ਇੱਕ ਲੀਗਲ ਮਤਲਬ ਕਿ ਤੁਸੀਂ ਸਾਰਾ ਉੱਥੇ ਮਤਲਬ ਕਿ ਬਣਾਓ ਔਰ ਜਿਹੜਾ ਉਹਦੇ ਤੇ ਸਟੈਂਡ ਲੈ ਕੇ ਔਰ ਕਿਤੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਕਿ ਕਾਨੂੰਨੀ ਹੈ ਜਿਹੜੀ ਉਹ ਕਿਤੋਂ ਵੀ ਜਿਹੜੀ ਕਿ ਪੋਲ ਨਾ ਛੱਡੀ ਜਾਵੇ ਔਰ ਜਿਹੜਾ ਕਿ ਨਿਵੇਸ਼ਕਾਂ ਦਾ ਪੈਸਾ ਮਿਲ ਸਕਦਾ ਹੈ। ਨੌਜਵਾਨ ਵੀ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਪਾਲਿਸੀਆਂ ਤੇ ਦੇਖ ਸਕਦੇ। ਸਰ ਕੀ ਨਾਮ ਹੈ ਜੀ? ਸਰ ਅਮਨ ਵਰਮਾ। ਵਰਮਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਅੰਮ੍ਰਿਤਸਰ ਜਲਿਆਂਵਾਲਾ ਬਾਗ। ਜਲਿਆਂਵਾਲਾ ਬਾਗ ਤੋਂ। ਵਰਮਾ ਜੀ ਤੁਸੀਂ ਕੰਪਨੀ ਦੇ ਨਾਲ ਕਦੋਂ ਜੁੜੇ ਸੀਗੇ ਔਰ ਕਿੰਨੇ ਪੈਸੇ ਨਿਵੇਸ਼ ਕੀਤੇ? ਸਰ ਮੈਂ 7-8 ਵਿੱਚ ਜੁੜਿਆ ਸੀ ਇਹਦੇ ਵਿੱਚ, ਔਰ ਜੋ ਤਾਂ 2014 ਵਿੱਚ ਪੈਸੇ ਪੂਰੇ ਹੋ ਚੁੱਕੇ ਨੇ, ਅੱਜ ਤੱਕ ਸਾਨੂੰ ਪੈਸੇ ਨਹੀਂ ਮਿਲੇ। ਔਰ ਮੇਰੀਆਂ 2 ਸਿਸਟਰ ਦੀ ਡੈਥ ਹੋ ਚੁੱਕੀ ਹੈ, ਉਹਨਾਂ ਦੇ ਕਰਕੇ ਮੇਰੀ ਮਾਤਾ ਜੀ ਵੀ ਡੈਥ ਹੋ ਚੁੱਕੀ, ਔਰ ਮੈਂ ਪੈਸੇ ਬੜੇ ਦੇਣ ਵਾਲੇ ਆ ਕਿਉਂਕਿ ਸਾਡੀ ਬੋਲਚਾਲ ਵੀ ਬੰਦ ਹੋ ਚੁੱਕੀ ਹੈ। ਕਿੰਨੇ ਪੈਸੇ ਸੀਗੇ ਤੁਹਾਡੇ ਕੋਲ? ਘੱਟੋ-ਘੱਟ 7 ਤੋਂ 8 ਲੱਖ ਰੁਪਏ ਦੇਣ ਵਾਲਾ ਉਹਨਾਂ ਦਾ, ਲੇਕਿਨ ਮੇਰੀ ਬੋਲਚਾਲ ਬੰਦ ਹੋ ਜਾਣਗੇ, ਇਸ ਕਰਕੇ ਮੈਂ ਉਹਨਾਂ ਨੂੰ ਮਤਲਬ ਪਰੇਸ਼ਾਨੀ ਨਹੀਂ ਦੇਣਾ ਚਾਹੁੰਦਾ ਸੀ। ਉਹਨਾਂ ਦੀ ਡੈਥ ਹੋ ਚੁੱਕੀ ਤੇ ਮੈਂ ਆਪਣੇ ਕੋਲੋਂ ਪੈਸੇ ਦੇਣਾ ਚਾਹੁੰਦਾ ਸੀ, ਪਰ ਮੈਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ। ਇਹਨਾਂ ਪੈਸਿਆਂ ਦੇ ਜਿਹੜੇ ਤੁਹਾਡੇ ਪੈਸੇ ਜਿਹੜੇ ਮਿਲੇ ਨਹੀਂ, ਨੁਕਸਾਨ ਹੋਇਆ ਕੀ? ਜਿਹੜੇ ਸਿਸਟਰ ਦਾ ਇਲਾਜ ਨਹੀਂ ਕਰਾ ਪਾਏ ਜਾਂ ਕੀ ਕਾਰਨ ਹੋਇਆ ਜੀ? ਜਿਹੜੀ ਕੁਝ ਬੋਲਚਾਲਾਂ ਬੰਦ ਹੋਣ ਕਰਕੇ ਵੀ ਪੈਸੇ ਨਾ ਦੇਣ ਕਰਕੇ ਉਹਨਾਂ ਨੂੰ ਦਿਲ ਤੇ ਗੱਲ ਲਗਾ ਲਈ ਤੇ ਉਸੇ ਚੱਕਰ 'ਚ ਮੇਰੀ ਮਾਤਾ ਜੀ ਦੀ ਵੀ ਡੈਥ ਹੋ ਗਈ। ਹੁਣ ਕੀ ਮੰਗ ਕਰਨਾ ਚਾਹੁੰਦੇ ਸਰਕਾਰ? ਮੈਂ ਮਾਨ ਸਾਹਿਬ ਤੋਂ ਇਸ ਹੁਣ ਕਹਿਣਾ ਚਾਹੁੰਦਾ ਕਿ ਇਹ ਸਾਰਿਆਂ ਦੇ ਪੈਸੇ ਦਿੱਤੇ ਜਾਣ ਤੇ ਮੇਰਾ ਘਰ ਦਾ ਸਾਰਾ ਮਸਲਾ ਠੀਕ ਹੋ ਸਕੇ, ਕਿਉਂਕਿ ਮੈਂ ਸਾਰਿਆਂ ਨੂੰ ਮਿਲ ਸਕਾਂ ਸਾਰਿਆਂ ਨੂੰ। ਠੀਕ ਹੈ, ਤਾਂ ਹੋਰ ਵੀ ਇੱਥੇ ਮੌਜੂਦ ਨੇ। ਇੱਕ ਮਿੰਟ, ਤਾਂ ਕੀ ਨਾਮ ਹੈ ਜੀ ਤੁਹਾਡਾ? ਸਰ ਸ਼ਸ਼ੀ ਬਾਲਾ। ਹਾਂਜੀ ਸ਼ਸ਼ੀ ਬਾਲਾ। ਸ਼ਸ਼ੀ ਬਾਲਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਸਰ ਮੈਂ ਇਸ ਕੰਪਨੀ ਵਿੱਚ 2006 ਚ ਜੁਆਇਨਿੰਗ ਪਾਈ ਸੀ ਆਪਣੀ। ਉਸ ਤੋਂ ਬਾਅਦ 5 ਸਾਲ ਬਾਅਦ ਕੁਝ ਲੋਕਾਂ ਦੀ ਮੈਚੁਰਿਟੀ ਮਿਲ ਗਈ ਸੀ ਇਹਦੇ ਵਿੱਚ। ਉਸ ਤੋਂ ਬਾਅਦ ਮੈਂ ਕਾਫੀ ਲੇਡੀਜ਼ ਨੂੰ ਆਪਣੇ ਨਾਲ ਗਾਈਡ ਕੀਤਾ ਜਿਨ੍ਹਾਂ ਦੀ ਜਵਾਨ ਕੁੜੀਆਂ ਸੀ, ਜਿਨ੍ਹਾਂ ਨੇ ਵਿਆਹਣੀਆਂ ਸੀ, ਤੇ ਇਸ ਕਰਕੇ ਉਹਨਾਂ ਨੇ ਆਪਣਾ ਪੈਸਾ ਇਸ ਕੰਪਨੀ ਦੇ ਵਿੱਚ ਲਗਾਇਆ ਸੀ ਕਿ ਚਲੋ 5 ਸਾਲ ਬਾਅਦ ਆਪਾਂ ਨੂੰ ਅਮਾਉਂਟ ਮਿਲੇਗੀ, ਆਪਾਂ ਲੜਕੀ ਦੀ ਸ਼ਾਦੀ ਕਰਾਂਗੇ। ਸਰ ਭਾਂਡੇ ਮਾਂਜ ਕੇ ਦੁਨੀਆ ਨੇ ਪੈਸੇ ਦਿੱਤੇ ਆ, ਤੇ ਪਰ ਮੇਰੀ ਭਗਵਾਨ ਮਾਨ ਅੱਗੇ ਇਹੀ ਰਿਕੁਐਸਟ ਹੈ ਕਿ ਗਰੀਬ ਲੋਕਾਂ ਨੂੰ ਪੈਸਾ ਮਿਲਣਾ ਚਾਹੀਦਾ ਬਸ। ਧੰਨਵਾਦ ਜੀ। ਤਾਂ ਇਹ ਵੱਖ-ਵੱਖ ਨਿਵੇਸ਼ਕ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਲਈ ਆਪਣੀ ਸਰਕਾਰ ਦੇ ਉੱਤੋਂ ਇੱਕ ਉਮੀਦ ਹੈ ਕਿ ਸਰਕਾਰ ਜੋ ਹੈ ਇਸ ਕੰਪਨੀ ਦੀਆਂ ਜਾਇਦਾਦਾਂ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਜਿਹੜੇ ਨੇ ਉਹ ਵਾਪਸ ਦਿਵਾਵੇ, ਕਿਉਂਕਿ ਹਰ ਕਿਸੇ ਦੀ ਲਾਈਫ ਪ੍ਰਭਾਵਿਤ ਹੋਈ